ਗੁਰੂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਵਰ ਵਰਣ ਜਾਤ ਅਰ ਪਾਤ ਨਾਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਗਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤਿਰਭਾਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤਰਣ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਡੰਡਾਉਤ ਬੰਧਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹਿਗੁਰੂ ਸਾਹਿਬ ਜੀ ਗੌੜੀ ਚੇਤੀ ਮਹੱਲਾ ਪਹਿਲਾ ਕਤ ਕੀ ਮਾਈ ਬਾਪ ਕਤ ਕੇਰਾ ਇਦੋ ਥਾਵਹੁ ਹਮ ਆਏ ਆਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨ ਜਾਨੀ ਅਵਗੁਣ ਮੇਰੇ ਰਹਾਉ ਕਤ ਕੀ ਮਾਈ ਬਾਪ ਕਤ ਕੇਰਾ ਇਦੂ ਥਾਵਹੁ ਹਮ ਆਏ
ਆਗਨ ਬਿੰਬ ਜਲ ਪੀਤਰ ਨਿਪਜੇ, ਕਾਹੇ ਕੰਮ ਉਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬੇ ਕਮਾਲ, ਚੌਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸਰਬੱਤ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ, ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ, ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਨਿਤਨੇਮ ਸ਼ਰਾਵਣ ਕੀਤੇ, ਗੁਰੂ ਕੇ ਪਿਆਰਿਆਂ ਪਾਸੋਂ ਹਰ ਜਸ ਕੀਰਤਨ ਸ਼ਰਾਵਣ ਕੀਤਾ। ਆਪ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ, ਪਾਤਸ਼ਾਹ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਲੜੀਵਾਰ ਕਥਾ ਜੋ ਆਪਾਂ ਸ਼ਰਵਣ ਕਰਦੇ ਆ ਰਹੇ ਹਾਂ। ਆਓ, ਅੱਜ ਦੀ ਕਥਾ ਦੇ ਵਿੱਚ ਪਾਤਸ਼ਾਹ ਜੀ ਕੀ ਫਰਮਾਨ ਕਰ ਰਹੇ ਹਨ, ਆਪਾਂ ਸ਼ਰਵਣ ਕਰਦੇ ਹਾਂ। ਕਥਾ ਸ਼ਰਵਣ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਸਾਰੇ ਰਲ ਕੇ ਬੋਲੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਗੌੜੀ ਚੇਤੀ ਮਹੱਲਾ ਪਹਿਲਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਪਵਿੱਤਰ ਅੰਗ 156 ਦੇ ਉੱਪਰੋਂ ਗੌੜੀ ਚੇਤੀ ਮਹੱਲਾ ਪਹਿਲਾ ਆਪਣੇ ਪਵਿੱਤਰ ਰਾਗ ਤੀਜੇ ਨੰਬਰ ਦੇ ਰਾਗ ਗੌੜੀ ਦੇ ਵਿੱਚੋਂ, ਗੌੜੀ ਰਾਗਣੀ ਵਿੱਚੋਂ ਮਹਾਰਾਜ ਜੀ ਚੇਤੀ, ਗੌੜੀ ਚੇਤੀ ਮਹੱਲਾ ਪਹਿਲਾ। ਗੌੜੀ ਰਾਗਣੀ ਚੇਤੀ ਕਿਸਮ ਹੈ ਇਸ ਦੀ। ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦੇ ਮੁਖਾਰਵਿੰਦ ਤੋਂ ਆਈ ਤੁਰਕੀ ਬਾਣੀ ਦੇ ਵਿੱਚੋਂ ਮਹਾਰਾਜ ਜੀ ਫਰਮਾਨ ਕਰਦੇ ਹਨ, ਕਤ ਕੀ ਮਾਈ ਬਾਪ ਕਤ ਕੇਰਾ, ਇਦੂ ਥਾਵਹੁ ਹਮ ਆਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਤਾਰਨ ਵਾਸਤੇ ਪਾਤਸ਼ਾਹ ਜੀ ਨੇ ਕਰਤਾਰਪੁਰ, ਜੋ ਪਾਕਿਸਤਾਨ ਦੇ ਵਿੱਚ ਹੈ, ਪੱਕੇ ਤੌਰ ਤੇ ਉਸ ਨਗਰ ਨੂੰ ਬੰਨ੍ਹ ਦਿੱਤਾ, ਨਗਰ ਵਸਾ ਦਿੱਤਾ ਹੈ। ਮਹਾਰਾਜ ਜੀ ਖੇਤੀ ਦਾ ਕੰਮ ਕਰ ਰਹੇ ਹਨ ਤੇ ਉੱਥੇ ਹਜ਼ਾਰਾਂ ਦੀ, ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਾਤਸ਼ਾਹ ਜੀ ਦੇ ਚਰਨਾਂ 'ਚ ਆਉਂਦੀਆਂ ਹਨ, ਨਾਮਦਾਨ ਦੀਆਂ ਬਖਸ਼ਿਸ਼ਾਂ ਲੈਂਦੀਆਂ, ਗੁਰ ਉਪਦੇਸ਼ ਸੁਣਦੀਆਂ, ਵਾਪਸ ਚਲੀਆਂ ਜਾਂਦੀਆਂ ਹਨ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇੱਕ ਦਾਸਾ ਨਾਮੀ ਭੱਟ ਸਿੱਖ ਕਈ ਦਿਨਾਂ ਤੋਂ ਆਇਆ। ਉਹ ਹਰ ਰੋਜ਼ ਹੀ ਜਿਹੜੇ ਭੱਟ ਹੁੰਦੇ ਨੇ, ਇਹ ਵੈਸੇ ਤਾਂ ਬ੍ਰਾਹਮਣ ਹੁੰਦੇ ਨੇ, ਪਰ ਇਹ ਸਮਾਜ ਦੇ ਵਿੱਚ ਜਿਹੜੀਆਂ ਵਰਤਣ ਵਾਲੀਆਂ ਘਟਨਾਵਾਂ ਨੂੰ, ਉਹਨਾਂ ਨੂੰ ਲਿਖਦੇ ਹੁੰਦੇ ਨੇ। ਇਸ ਕਰਕੇ ਵਿਦਵਾਨ ਹੋਣ ਦੇ ਕਾਰਨ ਰੋਜ਼ ਦੀ ਰੋਜ਼ ਕੋਈ ਨਾ ਕੋਈ ਆਪਣੇ ਮਨ ਦਾ ਜਿਹੜਾ ਸਵਾਲ ਹੈ ਉਹ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖ ਰਿਹਾ। ਕਹਿਣ ਲੱਗਾ, ਮਹਾਰਾਜ ਇੱਕ ਦਿਨ ਗੁਰੂ ਜੀ ਬਣਦੇ ਬੈਠੇ ਕੋਲ, ਮਹਾਰਾਜ ਜੀ ਦੇ ਹੱਸਣ ਅੱਗੇ ਦੱਸਿਆ ਚਿੜੀ ਕੀ ਬੋਲਦੀ ਹੈ। ਉਸਨੇ ਕਿਹਾ, ਮਹਾਰਾਜ ਮੈਨੂੰ ਤਾਂ ਪਤਾ ਨਹੀਂ, ਇਸ ਤੇ ਜਾਨਵਰ ਦੀ ਆਵਾਜ਼ ਜਿਹੜੀ ਚੀਜ਼ ਕਰਦੀ ਹੈ ਉਹ ਆਪਾਂ ਨੂੰ ਇਸ ਦੇ ਬੋਲਣ ਦਾ ਗਿਆਨ ਨਹੀਂ ਹੈ। ਮਹਾਰਾਜ ਇਹ ਜਾਨਵਰ ਦਾ ਬੋਲਣ ਦਾ ਗਿਆਨ ਆਪ ਜੀ ਨੂੰ ਹੀ ਹੈ, ਤੁਸੀਂ ਜਾਣਦੇ ਹੋ। ਗੁਰੂ ਜੀ ਕਹਿਣ ਲੱਗੇ, ਇਹ ਕਹਿੰਦੀ ਹੈ ਕਿ ਦੱਸਿਆ ਤੇਰੀ ਮਾਂ ਮਰ ਗਈ ਹੈ,
ਇਹ ਸੁਣ ਕਰਕੇ ਦਾਸਾ ਰੋਣ ਲੱਗ ਪਿਆ। ਕਹਿਣ ਲੱਗਾ, ਮਹਾਰਾਜ, ਮੇਰੀ ਮਾਤਾ ਮੈਨੂੰ ਬਹੁਤ ਪਿਆਰੀ ਸੀ ਤੇ ਬਹੁਤ ਪਿਆਰ ਕਰਦੀ ਸੀ ਮੈਨੂੰ। ਜੇਕਰ ਉਹ ਮਰ ਗਈ ਤਾਂ ਕਿਰਪਾ ਕਰਕੇ ਉਸ ਦੀ ਰੂਹ ਨੂੰ ਬੁਲਾ ਕੇ ਮੈਨੂੰ ਦਰਸ਼ਨ ਕਰਵਾਓ। ਗੁਰੂ ਸਾਹਿਬ ਜੀ ਨੇ ਦਾਸੇ ਭੱਟ ਦੀ ਮਾਂ ਦੀ ਰੂਹ ਨੂੰ ਬੁਲਾ ਕਰਕੇ ਉਸ ਨੂੰ ਦਰਸ਼ਨ ਕਰਵਾਏ। ਜਿਸ ਸਮੇਂ ਉਸ ਦੀ ਮਾਤਾ ਸਾਹਮਣੇ ਆ ਗਈ ਤਾਂ ਦਾਸਾ ਮੋਹਵਸ਼ ਹੋ ਕਰਕੇ ਉਸ ਨੂੰ ਗਲਵੱਕੜੀ ਪਾਉਣ ਲੱਗਾ। ਉਸ ਦੀ ਰੂਹ ਨੂੰ ਹੱਥ ਨਾ ਆਵੇ। ਜਦੋਂ ਹੱਥ ਵਿੱਚ ਨਾ ਆਈ ਤਾਂ ਕਹਿਣ ਲੱਗਾ, ਮਹਾਰਾਜ, ਮੇਰੀ ਮਾਂ ਦਿਸੀ ਤਾਂ ਜਾਂਦੀ ਹੈ ਪਰ ਮੈਨੂੰ ਗਲਵੱਕੜੀ ਦੇ ਵਿੱਚ ਨਹੀਂ ਆ ਰਹੀ। ਇਹ ਕਿਉਂ? ਗੁਰੂ ਜੀ ਕਹਿਣ ਲੱਗੇ, ਉਹ ਪੰਜਾਂ ਤੱਤਾਂ ਦਾ ਤੇਰੀ ਮਾਂ ਦਾ ਸਰੀਰ ਸੀ, ਉਹ ਤਾਂ ਮਿੱਟੀ ਦਾ ਸਰੀਰ ਉੱਥੇ ਹੀ ਛੱਡ ਆਈ ਹੈ। ਇਹ ਤਾਂ ਹੁਣ ਸਿਰਫ ਰੂਹ ਹੀ ਹੈ, ਤੈਨੂੰ ਆਕਾਰ ਬਣ ਕੇ ਦਿਸ ਰਹੀ ਹੈ। ਤਾਂ ਦਾਸੇ ਭੱਟ ਨੇ ਮਹਾਰਾਜ ਨੂੰ ਕਿਹਾ ਕਿ ਮੇਰਾ ਮੋਹ ਨਹੀਂ ਟੁੱਟ ਰਿਹਾ, ਕਿਰਪਾ ਕਰਕੇ ਮੇਰੇ ਅੰਦਰੋਂ ਮੋਹ ਨਿਵਰਤੀ ਕਰੋ। ਤਾਂ ਸਤਿਗੁਰੂ ਜੀ ਨੇ ਦਾਸੇ ਭੱਟ ਨੂੰ ਉਪਦੇਸ਼ ਦਿੰਦਿਆਂ ਇਹ ਸ਼ਬਦ ਉਚਾਰਨ ਕੀਤਾ, ਜਿਵੇਂ ਆਪ ਜੀ ਨੇ ਸ਼੍ਰਵਣ ਕਰਿਆ ਹੋਵੇਗਾ। ਜਦੋਂ ਮਹਾਭਾਰਤ ਦਾ ਜੰਗ ਲੱਗਿਆ, ਹੁਣ ਜੰਗ ਦੇ ਵਿੱਚ ਦੋਨੇ ਆਪਸ ਵਿੱਚ ਸਕੇ ਕੈਰਮ ਤੇ ਪਾਂਡਵ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸ਼ਾਸਤਰ ਸਿਖਾਉਣ ਵਾਲੇ ਅਧਿਆਪਕ, ਉਹਨਾਂ ਦੇ ਵੱਡ ਵਡੇਰੇ, ਉਹਨਾਂ ਨੂੰ ਦੇਖ ਕਰਕੇ ਅਰਜੁਨ ਨੇ ਆਪਣੇ ਸਾਰੇ ਸ਼ਾਸਤਰ ਛੁੱਟ ਕਰਕੇ ਕਹਿਣ ਲੱਗਾ, ਮੈਂ ਜੰਗ ਨਹੀਂ ਕਰਦਾ, ਕਿਉਂਕਿ ਇਸ ਦੇ ਵਿੱਚ ਤਾਂ ਸਾਡੇ ਮੇਰੇ ਨੇ। ਮੈਂ ਦਰੋਣਾਚਾਰੀਏ ਨੂੰ ਮਾਰੂੰਗਾ, ਭੀਸ਼ਮ ਪਿਤਾਮਾ ਨੂੰ ਮਾਰੂੰਗਾ, ਜਾਂ ਇਹ ਕੈਰਮਾਂ ਨੂੰ ਮਾਰੂ। ਕਿਹਨੂੰ ਮਾਰੂੰਗਾ? ਮੈਂ ਸਾਡੇ ਆਪਣੇ ਨੇ। ਕ੍ਰਿਸ਼ਨ ਭਗਵਾਨ ਜੀ ਨੇ ਉਹਨੂੰ ਗੀਤਾ ਦਾ ਗਿਆਨ, ਗੀਤਾ ਰਚੀ ਜੰਗ ਦੇ ਵਿੱਚ, ਤੇ ਫਿਰ ਉਹਨੂੰ ਗਿਆਨ ਸ਼੍ਰਵਣ ਕਰਵਾਇਆ। ਉਹ ਗਿਆਨ ਸ਼੍ਰਵਣ ਕਰਕੇ ਫਿਰ ਉਹਨੇ ਸਿੱਟੇ ਹੋਏ ਸ਼ਾਸਤਰਾਂ ਨੂੰ ਦੁਬਾਰੇ ਚੱਕਿਆ। ਇਸ ਤਰ੍ਹਾਂ ਮਹਾਰਾਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਦਾਸੇ ਨਾਮੀ ਭੱਟ ਨੂੰ ਇਹ ਗਿਆਨ ਦਿੱਤਾ ਕਿ ਇਹ ਜਿਹੜਾ ਮੋਹ ਹੈ ਇਹ ਸਾਨੂੰ ਕੀ ਕੀ ਕਰਾਉਂਦਾ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੋਂ ਥਾਵੋ ਹਮ ਆਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ, ਹੇ ਭਾਈ, ਤੂੰ ਚੇਤੇ ਕਰ, ਕਤ ਕਦੋਂ ਕੀ ਤੇਰੀ ਇਹ ਮਾਈ ਮਾਂ ਹੈ, ਕਦੋਂ ਕੇਰਾ ਤੇਰਾ ਬਾਪੂ ਹੈ। ਤੂੰ ਵਿਚਾਰ ਕਰ, ਇਸ ਦੁਨੀਆ ਵਿੱਚ ਅਸੀਂ ਕਿਦੋਂ ਕਿਹੜੀ ਥਾਵੋਂ ਜਗ੍ਹਾ ਤੋਂ ਆਏ ਹਾਂ। ਤਾਂ ਸਾਨੂੰ ਆਪਣੇ ਜਨਮਾਂ ਦੀ ਜਿਹੜੀ ਗਿਣਤੀ ਹੈ ਉਹ ਪਤਾ ਨਹੀਂ ਹੈ ਵੀ ਕਿੰਨੇ ਕੁ ਜਨਮ ਅਸੀਂ ਇਸ ਆਤਮਾ ਦੇ ਵਿੱਚ ਹੋ ਕਰਕੇ, ਆਤਮਾ ਨੇ ਕਿੰਨੇ ਕੁ ਜਨਮ ਲੈ ਲਏ, ਕਿੰਨੇ ਕੁ ਸਰੀਰ ਧਾਰਨ ਕਰੇ, ਤੇ ਕਿੰਨੀਆਂ ਕੁ ਗਿਣਤੀਆਂ ਗਿਣੀਆਂ, ਕਿਤਨੇ ਕੁ ਜਨਮ ਵਿੱਚ ਹੋਏ। ਇਸ ਪ੍ਰਕਾਰ ਕਿਹੜੀਆਂ ਥਾਵਾਂ ਤੇ ਕਿਹੜੇ ਜੂਨਾਂ ਵਿੱਚ ਅਸੀਂ ਫਿਰਦੇ ਹੋਏ ਆਏ ਹਾਂ, ਉਹ ਅਣਗਿਣਤ ਹਨ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ, ਭਾਈ, ਆਕੀ ਮਾਈ ਕਾਕੋ ਬਾਪ, ਨਾਮ ਤਾਰੀਖ ਝੂਠੇ ਸਭ ਸਾਖ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ, ਭਾਈ, ਕਿ ਕਿਹੜੀ ਮਾਂ ਇੱਥੇ, ਕਿਹੜਾ ਪਿਓ ਹੈ, ਤੇ ਨਾਮ ਤਰੀਕ, ਸਾਰੇ ਨਾਮ ਦੇ ਧਰੇ ਹੋਏ ਉਹ ਝੂਠੇ ਰਿਸ਼ਤੇ ਨੇ। ਤੇ ਕੋਈ ਇਸਤਰੀ ਭੈਣ ਦੇ ਰੂਪ ਦੇ ਵਿੱਚ ਆ ਜਾਂਦੀ ਹੈ, ਕੋਈ ਇਸਤਰੀ ਪਤਨੀ ਦੇ ਰੂਪ ਦੇ ਵਿੱਚ ਆ ਜਾਂਦੀ ਹੈ, ਕੋਈ ਜਿਹੜਾ ਪੁਰਸ਼ ਹੈ ਉਹ ਭਰਾ ਦੇ ਰੂਪ ਦੇ ਵਿੱਚ ਆ ਜਾਂਦਾ, ਕੋਈ ਰਿਸ਼ਤੇਦਾਰ ਸਾਲੇ ਦੇ ਰੂਪ ਦੇ ਵਿੱਚ ਆਉਂਦਾ। ਸਾਰੇ ਨਾਮ ਧਰੇ ਹੋਏ ਹਨ ਤੇ ਨਾਮ ਤਰੀਕ ਝੂਠੇ ਸਭ ਸਾਖ। ਇਹ ਸਾਰੇ ਸਾਕਾਂ ਰਿਸ਼ਤਿਆਂ ਦੇ ਨਾਮ ਨੇ। ਮਹਾਰਾਜ ਜੀ ਕਹਿੰਦੇ ਸਾਰੇ ਝੂਠੇ ਹਨ। ਇਸ ਸੰਸਾਰ ਦੇ ਉੱਪਰ ਮਿਲ ਸੰਜੋਗ ਹੁਕਮ ਤੂੰ ਆਇਆ। ਮਹਾਰਾਜ ਜੀ ਕਹਿੰਦੇ ਜਦੋਂ ਪ੍ਰਮਾਤਮਾ ਦਾ ਹੁਕਮ ਹੋਇਆ, ਤੂੰ ਮਾਤਾ ਪਿਤਾ ਦੇ ਸੰਜੋਗ ਦੇ ਨਾਲ ਇਸ ਸੰਸਾਰ ਤੇ ਆਉਣਾ ਕਰਿਆ। ਮਹਾਰਾਜ ਜੀ ਫਰਮਾਨ ਕਰਦੇ ਨੇ, ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ, ਮੇਰਾ ਮੇਰਾ ਕਰ ਵਿਲ ਲਾਹੀ, ਮਰਨ ਹਾਰਿਓ ਜੀਅਰਾ ਨਾਹੀ, ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਏ ਬਿਨਸੇ ਭ੍ਰਮ ਥਾਟ। ਮਹਾਰਾਜ ਜੀ ਕਹਿੰਦੇ ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਵਿੱਚ ਆਏ, ਕਿੰਨੇ ਵਾਰੀ ਇਹ ਮਾਤਾ, ਇਹ ਮਾਈ ਤੇਰੀ ਮਾਂ ਬਣੀ, ਕਿੰਨੇ ਵਾਰੀ ਤੂੰ ਇਹਦੀ ਮਾਂ ਬਣਿਆ,
ਭਾਵ ਇਹ ਸੰਸਾਰ ਦਾ ਜਿਹੜਾ ਖੇਲ ਹੈ ਇਹ ਇਸ ਤਰ੍ਹਾਂ ਹੀ ਹੈ। ਕਿਹੜੀਆਂ ਜੂਨਾਂ ਦੇ ਵਿੱਚੋਂ ਅਸੀਂ ਘੁੰਮ ਕੇ ਆਏ ਹਾਂ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੂਝੈ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ। ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਇਹ ਸਰੀਰ ਰੂਪੀ ਦੀਵੇ ਦੇ ਵਿੱਚ ਪ੍ਰਮਾਤਮਾ ਰੂਪੀ ਜੋਤ ਚੱਲ ਰਹੀ ਹੈ, ਉਹਨਾਂ ਚਿਰ ਇਸ ਨੂੰ ਸਾਰਾ ਕੁਝ ਸੁਝਦਾ। ਜਦੋਂ ਮਹਾਰਾਜ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਤੇਲ ਜਲੇ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ, ਜਦੋਂ ਪ੍ਰਮਾਤਮਾ ਵਾਹਿਗੁਰੂ ਵੱਲੋਂ ਦਿੱਤੇ ਹੋਏ ਤੇਰੇ ਸਵਾਸ ਰੂਪੀ ਤੇਲ ਜਿਹੜੇ ਉਹ ਮੁੱਕ ਗਏ ਤੇ ਤੇਰਾ ਜਿਹੜਾ ਦਿੱਤਾ ਹੋਇਆ ਸਾਰਾ ਕੁਝ ਪ੍ਰਮਾਤਮਾ ਨੇ ਗਣ ਕਾਲੇ ਸਭ ਦਿਵਸ ਸਾਸ, ਉਹ ਸਾਰੇ ਮੁੱਕ ਗਏ। ਫਿਰ ਮਹਾਰਾਜ ਜੀ ਕਹਿੰਦੇ ਬਾਤੀ ਠਹਿਰਾਨੀ, ਜਿਹੜੀ ਚੱਲ ਰਹੀ ਬੱਤੀ ਹੈ, ਸਰੀਰ ਹੈ, ਠਹਿਰ ਜਾਵੇਗਾ। ਸੂਨਾ ਮੰਦਰ ਹੋਈ, ਇਹ ਸਰੀਰ ਹੈ ਜਿਹੜਾ ਇਹ ਸੂਨਾ ਮੰਦਰ ਹੋਈ। ਮਹਾਰਾਜ ਜੀ ਫਰਮਾਨ ਕਰਦੇ ਹਨ, ਰੇ ਬੌਰੇ ਤੋਏ ਘਰੀ ਨਾ ਰਾਖੈ ਕੋਈ, ਉਸ ਦੀ ਜੋਤ ਤੋਂ ਬਿਨਾ, ਜਦੋਂ ਜੋਤ ਪ੍ਰਮਾਤਮਾ ਨੇ ਖਿੱਚ ਲਈ ਤੇਰੇ ਵਿੱਚੋਂ ਤੇ ਉਸ ਦੀ ਜੋਤ ਤੋਂ ਬਿਨਾ ਤਾਂ ਇੱਕ ਘੜੀ ਵੀ ਤੈਨੂੰ ਕਿਸੇ ਨੇ ਘਰੇ ਨਹੀਂ ਰੱਖਣਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਾ ਕੀ ਮਾਤ ਪਿਤਾ ਕਹੋ ਕਾਕੋ, ਕਵਨ ਪੁਰਖ ਕੀ ਜੋਈ। ਇੱਥੇ ਕਿਹਦੀ ਮਾਂ ਹੈ, ਕਿਹਦਾ ਪਿਤਾ ਹੈ ਤੇ ਕਵਨ ਪੁਰਖ ਕੀ ਜੋਈ, ਕਿੰਨੇ ਸਰੀਰਕ ਜਿਹੜੇ ਸੰਸਾਰਕ ਸੰਬੰਧ ਨੇ ਉਹ ਕੀ ਹਨ। ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਆ ਕੇ ਬਣ ਜਾਂਦੇ ਨੇ, ਸੰਸਾਰ ਦੇ ਵਿੱਚ ਆ ਕਰਕੇ ਬਣ ਜਾਂਦੇ ਨੇ, ਉਹਨਾਂ ਨਾਲ ਮੋਹ ਪੈ ਜਾਂਦਾ ਹੈ। ਪਰ ਜੇ ਆਪਾਂ ਉੱਪਰਲੇ ਪਾਸੇ ਦੀ ਪਿਛਲਾ ਪਾਸਾ ਦੇਖੀਏ, ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਸੰਸਾਰ ਤੇ ਤੂੰ ਆਇਆ ਹੈ ਤੇ ਇੱਕ ਸੰਜੋਗ ਦੇ ਨਾਲ ਤੂੰ ਪਤਾ ਨਹੀਂ ਕਿੰਨੇ ਕੁ ਆਪਣੇ ਪਿਓ ਦਾ ਪਿਓ ਬਣਿਆ, ਕਿੰਨੀ ਕੁ ਵਾਰੀ ਉਹ ਤੇਰਾ ਪਿਓ ਬਣਿਆ। ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਆਉਣਾ ਜਾਣਾ ਹੈ, ਕਿਹੜੀਆਂ ਕਿਹੜੀਆਂ ਜੂਨਾਂ ਦੇ ਵਿੱਚ ਫਿਰਦੇ ਤੂੰ ਇਸ ਧਰਤੀ ਤੇ ਆਇਆ ਹੈ। ਅਗਨ ਬਿੰਬ ਜਲ ਪੀਤਰ ਉਪਜੇ, ਕਾਹੇ ਕੰਮ ਉਪਾਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਤੂੰ ਇਸ ਸੰਸਾਰ ਦੇ ਉੱਪਰ ਅਗਨ ਮਾਤਾ ਦੀ ਜਠਰ ਅਗਨੀ ਦੇ ਵਿੱਚ ਪਿਤਾ ਦੇ ਬਿੰਦ ਰੂਪੀ ਜਲ ਦੀ ਬਿੰਦ ਦੇ ਰੂਪ ਪੀਤਰ ਵਿੱਚੋਂ ਜੀਵ ਨਿਪਜੇ ਪੈਦਾ ਹੁੰਦਾ। ਅਗਨ ਤੇ ਜਲ ਆਦਿਕ ਪੰਜਾਂ ਤੱਤਾਂ ਕਰਕੇ ਬੂੰਦ ਵਿੱਚ ਪੈਦਾ ਹੋਏ ਹਾਂ। ਅਸੀਂ ਪਰਮੇਸ਼ਰ ਨੇ ਵਾਹਿਗੁਰੂ ਨੇ ਸਾਨੂੰ ਕਾਹੇ ਕਿਸ ਕੰਮ ਕਾਰਜ ਵਾਸਤੇ ਇੱਥੇ ਪੈਦਾ ਕੀਤਾ ਤੇ ਪੈਦਾ ਹੋ ਕਰਕੇ ਅਸੀਂ ਕਰ ਕੀ ਰਹੇ ਹਾਂ। ਭਾਵ ਭਗਤੀ ਵਾਲੇ ਕਾਰਜਾਂ ਤੋਂ ਉਲਟ ਹੀ ਕੰਮ ਕਰਦੇ ਹਾਂ। ਇੱਥੇ ਜਿਵੇਂ ਮਹਾਰਾਜ ਜੀ ਫਰਮਾਨ ਕਰਦੇ, ਅਗਨ ਅੰਗ ਦੇ ਚੰਗਿਆੜੇ ਅੱਗ ਤੋਂ ਪੈਦਾ ਹੋ ਕੇ ਅੱਗ ਤੋਂ ਵੱਖਰੇ ਦਿਸਦੇ ਹਨ। ਪਾਣੀ ਦੇ ਬਿੰਬ ਬੁਲਬਲੇ ਪਾਣੀ ਵਿੱਚੋਂ ਪੈਦਾ ਹੋਏ ਵੱਖਰੇ ਦਿਸਦੇ ਹਨ। ਇਸੇ ਪ੍ਰਕਾਰ ਅੱਗ ਦੀ ਨਿਆਈ ਪ੍ਰਕਾਸ਼ ਰੂਪ ਬ੍ਰਹਮ ਵਿੱਚੋਂ ਜੀਵ ਰੂਪ ਚੰਗਿਆੜੇ ਪੈਦਾ ਹੋ ਕਰਕੇ ਵੱਖਰੇ ਦਿਸਦੇ ਹਨ ਤੇ ਬ੍ਰਹਮ ਜਲ ਰੂਪ ਜਲ ਜੀਵ ਵਿੱਚੋਂ ਬੁਲਬਲੇ ਰੂਪ ਪੈਦਾ ਹੋ ਕਰਕੇ ਵੱਖਰੇ ਦਿਸਦੇ ਹਨ। ਚੇਤਨ ਬ੍ਰਹਮ ਨੇ ਇਹ ਕਿਸ ਕੰਮ ਵਾਸਤੇ ਪੈਦਾ ਕੀਤੇ ਹਨ, ਪਰ ਇਹਨਾਂ ਨੇ ਪੈਦਾ ਹੋ ਕਰਕੇ ਕੀ ਕੰਮ ਕੀਤਾ। ਭਾਵ ਜਿਵੇਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਪਾਤਸ਼ਾਹ ਜੀ ਰਹਿ ਰਾਸ ਦੇ ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਖ ਦੇਹੁਰੀਆ। ਮਹਾਰਾਜ ਜੀ ਇਸ ਦੇ ਵਿੱਚ ਫਰਮਾਨ ਕਰਦੇ ਹਨ, ਕਹਿੰਦੇ ਹੈ ਮਨੁੱਖ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਤੈਨੂੰ ਪ੍ਰਮਾਤਮਾ ਨੇ ਜਿਹੜੀ ਦੇਹ ਪੈਦਾ ਬਖਸ਼ਿਸ਼ ਕੀਤੀ ਹੈ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਪਰਮਾਤਮਾ ਨੂੰ ਮਿਲਣ ਦੀ ਇਹ ਤੇਰੀ ਵਾਰੀ ਤੈਨੂੰ ਮਿਲੀ ਆ। ਪਰ ਪਰਮਾਤਮਾ ਨੇ ਸਾਨੂੰ ਪੈਦਾ ਤਾਂ ਗੋਬਿੰਦ ਨੂੰ ਮਿਲਾਉਣ ਵਾਸਤੇ ਕੀਤਾ, ਪਰ ਅਸੀਂ ਇਸ ਸੰਸਾਰ ਦੇ ਵਿੱਚ ਸਰੀਰ ਧਾਰ ਕੇ ਕੀ ਕੰਮ ਕਰਦੇ ਹਾਂ। ਜਿਵੇਂ ਬਾਬਾ ਰਵਿਦਾਸ ਜੀ ਮਹਾਰਾਜ ਜੀ ਨੇ ਪਰਮਾਤਮਾ ਦੇ ਅੱਗੇ ਇੱਕ ਅਰਦਾਸ ਕੀਤੀ, ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਮਹਾਰਾਜ ਰਵਿਦਾਸ ਜੀ ਕਹਿਣ ਲੱਗੇ, ਇਹ ਪ੍ਰਮਾਤਮਾ
हे ਵਾਹਿਗੁਰੂ, ਕਿੰਨੇ ਜਨਮਾਂ ਤੋਂ ਲੈ ਕਰਕੇ ਤੇਥੋਂ ਵਿਛੜੇ ਹੋਏ ਹਾਂ। ਭਾਵ ਕਦੇ ਕੋਈ ਜਨਮ ਮਿਲਦਾ ਹੈ, ਕਦੇ ਕੋਈ ਜਨਮ ਮਿਲਦਾ ਹੈ। ਇਸ ਕਰਕੇ ਆਪ ਕਿਰਪਾ ਕਰਕੇ ਹੁਣ ਸਾਨੂੰ ਇਹ ਮਨੁੱਖਾ ਜਨਮ ਬਖਸ਼ਿਆ, ਤੇ ਮਨੁੱਖੇ ਜਨਮ ਦੇ ਨਾਲ ਆਪ ਜੀ ਕਿਰਪਾ ਕਰਕੇ ਸਾਡੇ ਤੇ ਇਹ ਬਖਸ਼ਿਸ਼ਾਂ ਵੀ ਕਰ ਦਿਓ ਕਿ ਅਸੀਂ ਆਪ ਜੀ ਦਾ ਸਿਮਰਨ ਵੀ ਕਰੀਏ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਮਾਂ ਕੀ ਰਖਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ, ਜੋਤ ਦਾਤ ਜੇਤੀ ਸਭ ਤੇਰੀ, ਤੂੰ ਕਰਤਾ ਸਭ ਠਾਈ ਹੈ। ਇਹ ਪ੍ਰਮਾਤਮਾ ਵਾਹਿਗੁਰੂ, ਸਾਰੇ ਤੇਰੇ ਸੰਜੋਗ ਦੇ ਨਾਲ ਇਸ ਸੰਸਾਰ ਤੇ ਆਉਂਦੇ ਹਨ। ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ, ਇਹ ਮੇਰੇ ਵਾਹਿਗੁਰੂ, ਤੇਰੇ ਗੁਣ ਕੌਣ ਜਾਣ ਸਕਦਾ। ਤੇਰੇ ਜਿਹੜੇ ਗੁਣ ਨੇ ਉਹ ਕੋਈ ਨਹੀਂ ਜਾਣ ਸਕਦਾ। ਕਹੇ ਨਾ ਜਾਨੀ ਔਗਣ ਮੇਰੇ, ਇਹ ਵਾਹਿਗੁਰੂ ਮੇਰੇ ਔਗਣ ਗੁਨਾਹ ਕੀਤੇ ਕਥਨ ਕੀਤੇ ਨਹੀਂ ਜਾਣਦੇ, ਪਰ ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਮਹਾਰਾਜ ਜੀ ਮੇਰੇ ਵਿੱਚ ਇੰਨੇ ਕੁ ਗੁਨਾਹ ਹਨ ਕਿ ਸਾਰੇ ਔਗਣੀ ਹਨ ਤੇ ਗੁਣ ਕੋਈ ਨਹੀਂ ਹੈ। ਤੇ 10 ਭਾਟਾਂ ਨੂੰ ਜਦੋਂ ਇਹ ਮਹਾਰਾਜ ਜੀ ਨੇ ਪਵਿੱਤਰ ਗੁਰਬਾਣੀ ਰਾਹੀਂ ਫਰਮਾਨ ਕਰਦੇ ਹਨ, ਕਹਿਣ ਲੱਗਾ, हे ਮਹਾਰਾਜ, ਜਿਵੇਂ ਮੇਰੀ ਮਾਂ ਦੀ ਰੂਹ ਤੁਸੀਂ ਮੈਨੂੰ ਵਿਖਾ ਦਿੱਤੀ, ਇਸੇ ਤਰ੍ਹਾਂ ਕਿਰਪਾ ਕਰਕੇ ਮੇਰੇ ਪੂਰਬਲੇ ਜਨਮ ਵੀ ਦਿਖਾ ਦਿਓ। ਗੁਰੂ ਜੀ ਨੇ ਆਪਣੀ ਕਿਰਪਾ ਭਰਿਆ ਹੱਥ ਦਾਸੇ ਦੇ ਸਿਰ ਦੇ ਉੱਪਰ ਰੱਖਿਆ, ਜਿਸ ਨਾਲ ਉਸ ਦੇ ਕਪਾਟ ਖੁੱਲ ਗਏ। ਉਸ ਨੂੰ ਆਪਣੇ ਪਿਛਲੇ ਸਾਰੇ ਜਨਮਾਂ ਦਾ ਗਿਆਨ ਹੋ ਗਿਆ। ਗੁਰੂ ਜੀ ਨੇ ਦਾਸੇ ਨੂੰ ਕਿਹਾ ਕਿ ਆਪਣੇ ਪਿਛਲੇ ਜਨਮਾਂ ਦਾ ਹਾਲ ਦੇਖ। ਤਦ ਜੋ ਉਸਨੇ ਦੇਖਿਆ ਕਿ ਸੰਸਾਰ ਨੂੰ ਸਿੱਖਿਆ ਦੇਣ ਲਈ ਗੁਰੂ ਜੀ ਕੁਝ ਬਾਣੀ ਵਿੱਚ ਵਰਣਨ ਕੀਤਾ। ਕਿਤਨੇ ਹੀ ਰੁੱਖਾਂ ਦੀ ਨਿਆਈ, ਜੜ ਦੀ ਬਿਰਖ ਦੀ ਨਿਆਈ, ਚੇਤਨ ਭਾਵ ਜੜ ਚੇਤਨ ਜੀਵ ਆਦਿਕ ਬਣ ਕਰਕੇ ਪੈਦਾ ਹੋਏ, ਕਈ ਫਲ ਦੇਣ ਵਾਲੇ ਬ੍ਰਿਸ਼, ਕਈ ਲੱਕੜਾਂ ਦੇਣ ਵਾਲੇ ਕੰਡਿਆਂ ਵਾਲੇ ਵਿਰਸ਼, ਕਈ ਮਨੁੱਖ ਬਣੇ, ਕੋਈ ਜਾਨਵਰ ਜੀਵ ਬਣਿਆ, ਕਿਤੇ ਕਿੰਨੇ ਇੱਕ ਜੂਨਾਂ ਵਿੱਚ ਪੈਦੇ ਹੋਏ। ਜਿਸ ਤਰ੍ਹਾਂ ਇਹ ਗ੍ਰੰਥ ਦੇ ਵਿੱਚ ਫਰਮਾਨ ਆਉਂਦਾ, 20 ਲੱਖ ਅਸਥਾਵਰ ਜਾਨੋ, 9 ਲੱਖ ਜਲ ਥਲ ਸਭ ਮਾਨੋ, 11 ਲੱਖ ਕੂਰਮ ਕਵੀ ਗਾਏ, ਪੰਖੀ ਗਣ 10 ਲੱਖ ਬਿਤਾਏ। ਉਹਨਾਂ ਨੇ ਇਹ 84 ਲੱਖ ਜੂਨਾਂ ਦੀ ਗਿਣਤੀ ਕੀਤੀ। 30 ਲੱਖ ਪਸ ਜਾਨੋ ਭਾਈ, 4 ਲੱਖ ਬਾਨਰ ਦੁਖਦਾਈ, ਜਬ 84 ਜੂਨ ਕਟ ਆਵੇ, ਤਾਂ ਮਾਨਸ ਕੈ ਤਨ ਕੋ ਪਾਵੇ। ਕਹਿੰਦੇ ਜਦੋਂ ਇੰਨੀਆਂ ਜੂਨਾਂ ਨੂੰ ਭੋਗ ਕਰਕੇ ਆਉਨੇ ਆ ਨਾ, 20 ਲੱਖ ਅਸਥਾਵਰ ਜਾਨੋ, 9 ਲੱਖ ਜਲ ਥਲ ਸਭ ਮਾਨੋ, ਇੰਨੀਆਂ ਜੂਨਾਂ ਨੂੰ ਭੋਗ ਕਰਕੇ ਫਿਰ 84 ਲੱਖ ਜੂਨਾਂ ਪੁੰਦੀਆਂ ਨੇ। ਜਦੋਂ 84 ਲੱਖ ਜੂਨ ਕੱਟ ਕੇ ਫਿਰ ਮਨੁੱਖਾ ਦੇਹ ਮਿਲਦੀ ਹੈ, ਤੇ ਜਦੋਂ ਫਿਰ ਮਨੁੱਖਾ ਦੇਹ ਮਿਲਦੀ ਹੈ, ਫਿਰ ਮਹਾਰਾਜ ਜੀ ਕਹਿੰਦੇ, ਜਦੋਂ ਤੈਨੂੰ ਇਹ ਦੇਹ ਮਿਲਦੀ ਹੈ, ਇਸ ਦੇਹ ਦੇ ਵਿੱਚ ਆ ਕਰਕੇ ਤੂੰ ਕੀ ਕੀਤਾ। ਤੀਜੇ ਪਾਤਸ਼ਾਹ ਜੀ ਨੇ ਸ੍ਰੀ ਆਨੰਦ ਸਾਹਿਬ ਜੀ ਦੇ ਵਿੱਚ ਫਰਮਾਨ ਕੀਤਾ, ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ, ਤੁਧ ਕਰ ਕਮਾਇਆ, ਤੁਧ ਸਰੀਰਾ ਜਾ ਆਇਆ, ਤੇਰਾ ਮਹਾਰਾਜ ਜੀ ਕਹਿੰਦੇ, ਮੇਰਾ ਸਰੀਰਾ, ਇਸ ਸੰਸਾਰ ਦੇ ਵਿੱਚ ਆ ਕਰਕੇ ਤੂੰ ਕੀ ਕੀਤਾ। ਜਿਹਨੇ ਤੇਰਾ ਰਚਨ ਰਚਾਇਆ, ਤੈਨੂੰ ਪੈਦਾ ਕੀਤਾ, ਇਸ ਸੰਸਾਰ ਤੇ ਭੇਜਣ ਵਾਸਤੇ ਤੈਨੂੰ ਮਨੁੱਖਾ ਦੇ ਦਿੱਤੀ। ਮਹਾਰਾਜ ਜੀ ਕਹਿੰਦੇ, ਉਹਦਾ ਤਾਂ ਕੋਈ ਨਾਮ ਨਹੀਂ ਜਪਿਆ। ਨਾ ਜਪਣ ਕਰਕੇ ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਤੈਨੂੰ 84 ਲੱਖ ਜੂਨਾਂ ਬਾਅਦ ਇੱਕ ਮਨੁੱਖਾ ਦੇਹ ਦੀ ਵਾਰੀ ਮਿਲਦੀ ਹੈ, ਇਹ 84 ਲੱਖ ਜੂਨਾਂ ਕੱਟਣ ਵਾਸਤੇ। ਪਰ ਤੂੰ ਮੁੜ ਮੁੜ ਉਹੀ ਕਰਤੂਤ ਪਸ਼ੂ ਕੀ ਮਾਨਸ ਜਾਤ ਕਰਦਾ। ਭਾਵ ਜਿਹੜੀ ਮਾਨਸ ਦੇ ਦੇਹੀ ਦੇ ਵਿੱਚ ਆ ਕਰਕੇ ਕਰਤੂਤਾਂ ਤੂੰ ਹੀ ਪਸ਼ੂਆਂ ਜਾਨਵਰਾਂ ਵਾਲੀਆਂ ਕਰਦਾ ਹੈ। ਰਹਾਉ, ਮਹਾਰਾਜ ਜੀ ਰਹਾਉ ਦਾ ਵਿਸ਼ਰਾਮ ਦਿੰਦਿਆਂ ਹੋਇਆਂ ਕਿਰਪਾ ਕਰਦੇ ਹਨ। ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ। ਇਹ ਭਾਈ ਅਨੇਕਾਂ ਗੁਨਾਹਾਂ ਦੇ ਕਾਰਨ ਮਨੁੱਖ ਜਨਮਾਂ ਤੋਂ ਪਹਿਲਾਂ ਹਮ ਤਮਾਮ ਜੀਵਾਂ ਨੇ ਕਿਤਨੇ ਜੰਗਲਾਂ ਦੇ ਵਿੱਚ, ਖੁਸ਼ਕ ਬੂਟੇ ਰੁੱਖ ਤੇ ਬਾਗਾਂ ਫਲਦਾਰ ਦ੍ਰਿਸ਼ਾਂ ਦੇ ਵਿੱਚ ਜਨਮ ਹੋਇਆ। ਭਾਵ ਕਈ ਵਾਰੀ ਲੰਮਾ ਸਮਾਂ
ਮਨੁੱਖ ਜਿਹੜਾ ਇਹ ਜੀਵ ਹੈ ਬਿਰਛ ਬਣ ਕੇ ਖੜਾ ਰਿਹਾ। ਲੰਮਾ ਲੰਮਾ ਸਮਾਂ ਜਿਵੇਂ ਸੱਪ ਆਦਿਕ ਦੀ ਜੂਨ ਦੇ ਵਿੱਚ ਪੈ ਕਰਕੇ ਜਿਹਦੀ ਬੜੀ ਲੰਬੀ ਜੂਨ ਆ ਉਹ ਭੋਗਣੀ ਪਈ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹਿੰਦੇ ਭਾਈ ਇਹ ਜਨਮਾਂ ਦੇ ਵਿੱਚ ਹੁੰਦਿਆਂ ਹੋਇਆਂ ਤੂੰ ਕਿੰਨਾ ਕੁ ਔਖਾ ਹੋਇਆ ਹੈ। ਕਿਤੇ ਨਾਗ ਕੁੱਲੀ ਮੈਂ ਆਏ, ਕਿਤੇ ਪੰਖ ਉਡਾਏ। ਮਹਾਰਾਜ ਜੀ ਕਹਿੰਦੇ ਕਿਤਨੇ ਵਾਰੀ ਤੂੰ ਸੱਪਾਂ ਦੀਆਂ ਜੂਨਾਂ ਦੇ ਵਿੱਚ ਪਿਆ ਤੇ ਕੁਲਾਂ ਮੈਂ ਜਨਮ ਧਾਰ ਕੇ ਆਏ। ਅਰਥਾਤ ਕੋਈ ਨਾਗਾਂ ਦੀਆਂ 8 ਕੁਲਾਂ ਗਿਣਦੇ ਹਨ, ਕੋਈ 9 ਕੁਲਾਂ ਗਿਣਦੇ ਹਨ। ਕਿਤਨੇ ਹੀ ਨਾਗ ਫਣਾ ਵਾਲੇ, ਕਿਤਨੇ ਹੀ ਪਤਲੀ ਸ੍ਰੀ ਵਾਲੇ, ਕਿਤਨੇ ਹੀ ਨਾਗ ਜਿਹੜੇ ਮੋਟੇ ਆਦਿਕ ਨੇ, ਵਾਸ਼ਕ ਨਾਗ, ਸ਼ੇਖ ਨਾਗ, ਤਸ਼ਕ ਆਦਿਕ ਦੀਆਂ ਕੁਲਾਂ ਹਨ। ਕਿਤੇ ਕਿਤਨੇ ਜਨਮ ਪੰਖ ਖੰਭਾਂ ਵਾਲੇ ਪੰਛੀ ਬਣ ਕੇ ਰਿਹਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਮਹਾਰਾਜ ਜੀ ਕਹਿੰਦੇ ਭਾਈ ਕਿੰਨੇ ਜਨਮ ਤੂੰ ਲਿਆ। ਕਈ ਜਨਮ ਤੂੰ ਕੀੜਿਆਂ ਦੇ ਪਤੰਗਿਆਂ ਦੇ ਲਏ, ਕਈ ਜਨਮ ਤੂੰ ਹਾਥੀ ਮੱਛੀ ਉਰੰਗਾ ਆਦਿਕ ਦਾ ਬਣਿਆ। ਮਹਾਰਾਜ ਜੀ ਕਹਿੰਦੇ ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਪੰਖੀ ਉੱਡਿਆ ਪੰਗ ਮਿਲੇ ਤੈਨੂੰ, ਤੇ ਕਈ ਵਾਰੀ ਫਿਰ ਸੱਪ ਧਰਤੀ ਤੇ ਉੱਪਰ ਢਿੱਡ ਘਸਾ ਕੇ ਤੁਰਿਆ। ਮਹਾਰਾਜ ਜੀ ਕਹਿੰਦੇ ਕਈ ਜਨਮ ਹੈ ਫਿਰ ਬ੍ਰਿਖ ਜੋਇਓ, ਕਈ ਜਨਮਾਂ ਤੂੰ ਪਹਾੜਾਂ ਪਰਬਤਾਂ ਦੇ ਪੱਥਰਾਂ ਦੇ, ਤੇ ਕਈ ਜਨਮ ਮਹਾਰਾਜ ਜੀ ਕਹਿਣ ਲੱਗੇ ਬਿਰਖਾਂ ਦੇ ਹੋਇਆ ਤੂੰ। ਕਿੰਨੇ ਬਿਰਖ ਪੈਦਾ ਹੋ ਕੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਮਹਾਰਾਜ ਜੀ ਕਹਿੰਦੇ ਹੁਣ ਤੈਨੂੰ ਪ੍ਰਮਾਤਮਾ ਜਗਦੀਸ਼ ਵਾਹਿਗੁਰੂ ਨੇ ਕਿਰਪਾ ਕੀਤੀ, ਇਹ ਮਨੁੱਖਾ ਦੇਹੀ ਮਿਲੀ ਹੈ। ਤੇ ਇਹ ਜਿਹੜੀ ਮਨੁੱਖਾ ਦੇਹੀ ਹੈ, ਮਹਾਰਾਜ ਜੀ ਫਰਮਾਨ ਕਰਦੇ ਹਨ, ਇਹ ਜਗਦੀਸ਼ ਨੂੰ ਮਿਲਣ ਦੀ ਵਾਰੀ ਹੈ, ਪਰਮਾਤਮਾ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਹੈ। ਤੇ ਇਸ ਵਾਰੀ ਦੇ ਵਿੱਚ ਆ ਕਰਕੇ ਤੂੰ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਸਿਮਰਨ ਕਰ, ਤਾਂ ਤੇਰੀ ਇਹ ਵਾਰੀ ਕੱਟੀ ਜਾਵੇ। ਮਹਾਰਾਜ ਜੀ ਅੱਗੇ ਫਰਮਾਨ ਕਰਦੇ ਹਨ, ਕਹਿੰਦੇ ਭਾਈ ਕਈ ਜਨਮ ਸ਼ੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ, ਕਈ ਜਨਮ ਸਾਖ ਕਰ ਪਾਇਆ, 184 ਜੋਨ ਪਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤਿ। ਮਹਾਰਾਜ ਜੀ ਕਹਿੰਦੇ ਜਨਮ ਤੋਂ ਕੱਟ ਕੇ ਆਇਆ, ਕਿੰਨੇ ਜਨਮ ਤੂੰ ਇਸ ਤਰ੍ਹਾਂ ਕਰਦਾ ਰਿਹਾ। ਪਾਤਸ਼ਾਹ ਜੀ ਕਹਿੰਦੇ ਤੈਨੂੰ ਪਰਮਾਤਮਾ ਵਾਹਿਗੁਰੂ ਨੇ ਇਹ ਕਿਰਪਾ ਕੀਤੀ ਤੇ ਹੁਣ ਤੈਨੂੰ ਮਨੁੱਖਾ ਜਨਮ ਮਿਲਿਆ, ਤੇ ਇਹ ਮਨੁੱਖੇ ਜਨਮ ਦੇ ਵਿੱਚ ਤੂੰ ਆਪਣੀ ਵਾਰੀ ਕੱਟ ਸਕਦਾ ਹੈ। ਮਹਾਰਾਜ 10ਵੇਂ ਪਾਤਸ਼ਾਹ ਜੀ ਆਪਣੀ ਪਵਿੱਤਰ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਹਨ, ਕਹਿੰਦੇ ਭਾਈ ਕਤਹੁ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਸੋਵਤ ਅਚੇਤ ਹੈ। ਕਤਹਿ ਭਿਖਾਰੀ ਹੋਏ ਕੈ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੈ। ਕਹਿੰਦੇ ਤੇਰੇ ਇਹ ਜਨਮ ਵੀ ਆਏ, ਕਦੇ ਤਾਂ ਤੂੰ ਸੁੱਤਾ ਹੀ ਰਿਹਾ, ਕਦੇ ਸੁਚੇਤ ਹੋ ਕੇ ਪਹਿਰੇਦਾਰ ਬਣ ਕੇ ਖੜਾ ਰਿਹਾ, ਤੇ ਕਿੱਥੇ ਤੂੰ ਪਹਿਰੇਦਾਰਾਂ ਦੀ ਛਾਂ ਥੱਲੇ ਰਿਹਾ। ਮਹਾਰਾਜ ਜੀ ਕਹਿੰਦੇ ਕਤਹਿ ਭਿਖਾਰੀ ਹੋਏ ਕੈ ਮਾਂਗਤ ਫਿਰਤ, ਕਦੇ ਤੂੰ ਭਿਖਾਰੀ ਬਣਿਆ ਤੇ ਭਿਖਾਰੀ ਬਣ ਕਰਕੇ ਤੂੰ ਫਿਰ ਦਰ ਦਰ ਦੇ ਉੱਪਰ ਮੰਗਤਾ ਫਿਰਿਆ। ਭੀਖ ਕਹੂੰ ਮਹਾਦਾਨ ਹੋਏ ਕੈ ਮੰਗਿਓ। ਮਹਾਰਾਜ ਜੀ ਕਹਿੰਦੇ ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੈ। ਕਿਤੇ ਤੂੰ ਦਾਨੀ ਬਣ ਗਿਆ, ਕਿਤੇ ਤੂੰ ਭਿਖਾਰੀ ਬਣਿਆ, ਕਿਤੇ ਤੂੰ ਦਾਨੀ ਬਣ ਗਿਆ। ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛਿਤ ਲੇਤ ਹੈ। ਤੇ ਕਹਿੰਦੇ ਤੂੰ ਮਹਾਰਾਜਿਆਂ ਨੂੰ ਦਾਨ ਦਿੰਦਾ, ਕਿਤੇ ਉਹਨਾਂ ਤੋਂ ਵੀ ਖੋਣ ਵਾਲਾ ਬਣ ਜਾਂਦਾ। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹੂੰ ਵੇਦ ਰੀਤ, ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਾਗਨ ਸਮੇਤ ਹੋ। ਮਹਾਰਾਜ ਜੀ ਕਹਿੰਦੇ ਭਾਈ ਦੇਖ ਤੇਰੀ ਇਹ ਪ੍ਰਮਾਤਮਾ ਇਸ ਜਨਮ ਦੇ ਵਿੱਚ ਹੋ ਕਰਕੇ ਤੈਂ ਕੀ ਕੀ ਖੇਡਾਂ ਖਿਡਾਈਆਂ ਪ੍ਰਮਾਤਮਾ ਨੇ ਤੈਨੂੰ। 10ਵੇਂ ਪਾਤਸ਼ਾਹ 10ਵੇਂ ਗ੍ਰੰਥ ਦੇ ਵਿੱਚ ਬਿਆਨ ਆਉਂਦਾ, ਮਹਾਰਾਜ ਜੀ ਦੱਸਦੇ ਹਨ, ਕਹੂੰ ਜਸ਼ ਗੰਧਰਵ ਉਰਗ, ਕਹੂੰ ਵਿਦਿਆ ਧਾਰ, ਕਹੂੰ ਭਏ ਕਿੰਨਰ ਪਿਸਾਚ, ਕਹੂੰ ਪ੍ਰੇਤ ਹੋ,
कहूँ होय कै हिंदुआ गायत्री को गुपत जप्यो। कहूँ होय कै तुरक पुकारे बांग देत हो। ਮਹਾਰਾਜ ਜੀ ਫਰਮਾਨ ਕਰਦੇ ਹਨ, ਕਹੂੰ ਕੋਕ ਕਾਵ ਹੋਇ ਕੈ ਪੁਰਾਨ ਕੋ ਪੜਤ। ਮਤ ਕਤਹੂ ਪੁਰਾਣ ਕੋ ਨਿਧਾਨ ਜਾਨ ਲੇਤ ਹੋ। कहूँ वेद रीत कहूँ तास्यो विपरीत। कहूँ त्रिगुण ਅਤੀਤ कहूँ ਸਾਗਣ ਸਮੇਤ ਹੋ। ਮਹਾਰਾਜ ਜੀ ਆਪਣੇ ਇਸੇ ਸਵਈਏ ਦੇ ਵਿੱਚ ਹੋਰ ਫਰਮਾਨ ਕਰਦੇ ਹਨ, कहूँ देव दान को दीवान मैं विराजमान। कहूँ दान बान को गुमान मत देत हो। कहूँ इंद्र राजा को मिलत इंद्र पद भी सी। कहूँ इंद्र पद भी छुपाए शीन लेत हो। ਭਾਵ ਕਿੰਨੀਆਂ ਜੂਨਾਂ ਤੋਂ ਵੱਡੀਆਂ ਵੱਡੀਆਂ ਜੂਨਾਂ, ਛੋਟੀਆਂ ਛੋਟੀਆਂ ਜੂਨਾਂ, ਐਸੇ ਜੀਵਾਂ ਦੀਆਂ ਜੂਨਾਂ ਜਿਹੜੇ ਫੁੱਲਾਂ ਦੀ ਸੁਗੰਧੀ 'ਚ ਰਹਿੰਦੇ ਨੇ, ਐਸੇ ਜੀਵਾਂ ਦੀਆਂ ਜੂਨਾਂ ਜਿਹੜੇ ਸਾਰਾ ਦਿਨ ਹੀ ਨਰਕ ਦੇ ਵਿੱਚ ਗੰਦੇ ਨਾਲਿਆਂ 'ਚ ਪਏ ਰਹਿੰਦੇ ਨੇ। ਮਹਾਰਾਜ ਜੀ ਕਹਿੰਦੇ ਪਤਾ ਨਹੀਂ ਤੂੰ ਕਿੰਨੀਆਂ ਕੁ ਜੂਨਾਂ ਲਈਆਂ। ਇਹ ਜੂਨਾਂ ਤੋਂ ਬਾਅਦ ਫਿਰ ਪ੍ਰਮਾਤਮਾ ਵਾਹਿਗੁਰੂ ਨੇ ਤੇਰੇ ਤੇ ਕਿਰਪਾ ਕੀਤੀ ਹੈ ਕਿ ਤੈਨੂੰ ਇਹ ਮਨੁੱਖਾ ਦੇਹ ਮਿਲੀ ਹੈ। ਤੇ ਮਨੁੱਖਾ ਦੇਹ ਦੇ ਵਿੱਚ ਆ ਕਰਕੇ ਤੂੰ ਇਸ 84 ਲੱਖ ਜੂਨਾਂ ਵਾਲੀ ਵਾਰੀ ਕੱਟ ਲੈ। ਹੱਟ ਪੱਟਣ ਵਿੱਚ ਮੰਦਰ ਭੰਨੈ ਕਰ ਚੋਰੀ ਕਰ ਆਵੈ। ਕਈ ਵਾਰ ਜੀਵ 84 ਲੱਖ ਜੂਨ ਭੋਗ ਕੇ ਮਨੁੱਖ ਬਣ ਗਏ। ਮਨੁੱਖ ਬਣ ਕੇ ਕਈ ਚੰਗੇ ਕੰਮ ਨਾ ਕੀਤੇ। ਪੱਟਣ ਸ਼ਹਿਰਾਂ ਦੀਆਂ ਹੱਟਾਂ ਦੁਕਾਨਾਂ ਵਿੱਚ ਪੱਕੇ ਚੂਨੇਦਾਰ ਮੰਦਰ ਮਕਾਨ ਭਾਵ ਸ਼ਾਹੂਕਾਰਾਂ ਦੇ ਘਰਾਂ ਨੂੰ ਭੰਨ ਕਰਕੇ ਸੰਨ ਲਾ ਕਰਕੇ ਉਹਦੇ ਵਿੱਚੋਂ ਧਨ ਚੋਰੀ ਕਰਨ ਵਾਲਾ ਚੋਰ ਹੀ ਬਣ ਗਿਆ ਮਨੁੱਖੇ ਜਨਮ ਦੇ ਵਿੱਚ। ਤੇ ਕਦੇ ਫਿਰ ਕਦੇ ਡਾਕੂ ਬਣ ਗਿਆ, ਧਾੜਵੀ ਬਣ ਗਿਆ। ਇੱਥੇ ਆ ਕਰਕੇ ਹੋਰ ਹੀ ਕਾਰਜ ਲੱਗ ਗਿਆ ਹੈ। ਅੱਗੋਂ ਦੇਖੈ ਪਿੱਛੋਂ ਦੇਖੈ ਤੁਝ ਤੇ ਕਹਾਂ ਛੁਪਾਵੈ। ਹੇ ਮਹਾਰਾਜ, ਕਹਿੰਦੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਕਹਿੰਦੇ ਤੂੰ ਅੱਗੋਂ ਪਿੱਛੋਂ ਤਾਂ ਦੇਖਦਾ ਚੋਰੀ ਕਰਦਾ, ਪਰ ਰੱਬ ਤੋਂ ਕਿਵੇਂ ਛੁਪਾਉਣਾ ਕਰੇਗਾ। ਤਟ ਤੀਰਥ ਹਮ ਨਵ ਖੰਡ ਦੇਖੇ ਹੱਟ ਪੱਟਣ ਵਾਜਾਰਾ। ਕਈ ਵਾਰੀ ਤੀਰਥਾਂ ਦੇ ਤੱਟਾਂ ਕਿਨਾਰਿਆਂ ਤੇ ਜਾਪ ਕਰਨ ਵਾਲੇ ਸਾਧੂ ਬਣ ਕੇ ਬਹਿ ਗਿਆ। ਮਨੁੱਖਾਂ ਨੂੰ ਅਸੀਂ ਗਿਆਨ ਦ੍ਰਿਸ਼ਟੀ ਦੁਆਰਾ ਦੇਖਿਆ। ਕਈ ਵਾਰੀ ਨੌ ਨਿੱਧਾਂ ਵਿੱਚ ਜੂਨਾਂ ਧਾਰ ਕੇ ਪੈਦਾ ਹੋਏ ਜੀਵਾਂ ਨੂੰ ਦੇਖਿਆ। ਕਈ ਵਾਰੀ ਪੱਟਣ ਸ਼ਹਿਰਾਂ ਦੇ ਬਾਜ਼ਾਰਾਂ ਦੀਆਂ ਹੱਟਾਂ ਦੁਕਾਨਾਂ ਵਿੱਚ ਬਾਣੀਏ ਬਣ ਕੇ ਸੌਦਾ ਵੇਚਦੇ। ਮਹਾਰਾਜ ਜੀ ਕਹਿੰਦੇ ਉਹੀ ਆਤਮਾ ਉਹੀ ਜੀਵ ਦੇਖਦੇ ਹਾਂ। ਲੈ ਕੇ ਤੱਕੜੀ ਤੋਲਣ ਲਾਗਾ ਘਟ ਹੀ ਮਹਿ ਬਣਜਾਰਾ। ਜਦ ਇਹ ਜੀਵ ਆਤਮਾ ਰੂਪ ਵਿਚਾਰ ਤੱਕੜੀ ਲੈ ਕੇ ਸ਼ਾਸਤਰ ਪ੍ਰਮਾਣ ਰੂਪੀ ਬੱਟਾ ਪਾ ਕੇ ਤੋਲਣ ਲੱਗਾ, ਤਦ ਇਹ ਬਣਜਾਰਾ ਬਣਜ ਕਾਰਨ ਜੀਵ ਘਾਟੇ ਦੇ ਵਿੱਚ ਰਿਹਾ। ਭਾਵ ਇਤਨੀਆਂ ਜੂਨਾਂ ਵਿੱਚ ਫਿਰਦਾ ਹੋਇਆ ਨੇ ਕੋਈ ਲਾਭ ਨਹੀਂ ਖੱਟਿਆ। ਔਗਣ ਹੀ ਔਗਣ ਪੱਲੇ ਪੈ ਗਏ। ਭਾਵ ਕਿਸੇ ਜੂਨ 'ਚ ਕੋਈ ਔਗਣ ਹੋ ਗਿਆ, ਕਿਸੇ 'ਚ ਕੋਈ ਔਗਣ ਹੋ ਗਿਆ। ਜਦੋਂ ਮਨੁੱਖਾ ਦੇਹ ਹੀ ਮਿਲੀ, ਇਹ ਤਾਂ ਔਗਣਾਂ ਦੀ ਭਰੀ ਹੋਈ ਹੈ। ਇਹਦੇ ਨਾਲ ਤਾਂ ਔਗਣ ਹੀ ਔਗਣ ਕਰਨ ਲੱਗ ਪਿਆ ਹੈ। ਜੇਤਾ ਸਮੁੰਦ ਸਾਗਰ ਨੀਰਤ ਭਰਿਆ ਤੇਤੇ ਔਗਣ ਹਮਾਰੇ। ਮਹਾਰਾਜ ਜੀ ਹੁਣ ਕਹਿੰਦੇ ਨੇ ਭਾਈ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਤੁਹਾਨੂੰ ਮਨੁੱਖ ਜਿਹੋ ਦੇਹ ਹੀ ਮਿਲੀ ਆ। ਆਪਾਂ ਨੂੰ ਕਹਿੰਦੇ ਨੇ ਭਾਈ ਤੁਹਾਨੂੰ ਮਨੁੱਖਾ ਦੇਹ ਹੀ ਮਿਲੀ ਆ। ਮਹਾਰਾਜ ਜੀ ਕਹਿੰਦੇ ਹੁਣ ਪ੍ਰਮਾਤਮਾ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰੋ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਹੇ ਮਹਾਰਾਜ ਜੀ, ਜਿੰਨਾ ਸਮੁੰਦਰ ਸਾਗਰ ਹੈ ਪਾਣੀ ਦਾ ਭਰਿਆ ਹੋਇਆ, ਪਾਤਸ਼ਾਹ ਜੀ ਇੰਨੇ ਔਗਣ ਹਨ ਸਾਡੇ, ਦਇਆ ਕਰੋ ਕਿਛ ਮਿਹਰ ਉਪਾਵਹੁ। ਡੁੱਬਦੇ ਪੱਥਰ ਤਾਰੇ ਹੇ ਗਰੀਬ ਨਵਾਜ, ਦਇਆ ਕਰੋ ਕੁਝ ਮਿਹਰ ਕਰੋ। ਜਿਹੜੇ ਆਪ ਜੀ ਨੇ ਪਹਿਲਾਂ ਵੀ ਬੜੇ ਵੱਡੇ ਡੁੱਬਦੇ ਹੋਏ ਪੱਥਰਾਂ ਨੂੰ ਆਪ ਜੀ ਨੇ ਤਾਰਨਾ ਕੀਤਾ ਹੈ। ਜੀਅੜਾ ਅਗਨ ਬਰਾਬਰ ਤਪੈ ਭੀਤਰ ਬਗੈ ਕਾਤੀ। ਹੈ ਪਰਮੇਸ਼ਰ, ਇਹ ਜੀਅੜਾ ਜੀਵ ਜਿਹੜਾ ਅਗਨ ਦੇ ਬਰਾਬਰ ਸਮਾਨ ਕਾਮ ਕ੍ਰੋਧ ਵਿਸ਼ਿਆਂ ਵਿੱਚ ਤਪੈ ਤਪ ਰਿਹਾ ਹੈ, ਤੇ ਇਸ ਦੇ ਹਿਰਦੇ ਭੀਤਰ ਵਿੱਚ ਤ੍ਰਿਸ਼ਨਾ ਰੂਪੀ ਕਾਤੀ ਛੁਰੀ ਵਗ ਰਹੀ ਹੈ। ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਮਹਾਰਾਜ ਜੀ ਫਰਮਾਨ ਕਰਦੇ ਹਨ, ਬੇਨਤੀ ਪੂਰਵ ਕਥਨ ਕਰਦੇ ਹਨ, ਹੈ ਪਰਮੇਸ਼ਰ, ਜਿਹੜਾ ਜੀਵ ਤੇਰਾ ਹੁਕਮ ਪਛਾਣ ਲੈਂਦਾ ਹੈ
ਉਸ ਨੂੰ ਦਿਨ ਰਾਤ ਆਤਮਿਕ ਸੁੱਖ ਪ੍ਰਾਪਤੀ ਹੁੰਦੀ ਹੈ। ਤੇ ਜਿਹੜਾ ਹੁਕਮ ਨਹੀਂ ਪਛਾਣਦਾ ਫਿਰ ਉਸ ਇਸ ਵਿਦਿਆ ਦੀ ਰਾਤ ਦੇ ਵਿੱਚ ਹੀ ਗੇੜੇ ਖਾਂਦਾ ਹੈ। ਬ੍ਰਹਮ ਗਿਆਨ ਰੂਪੀ ਦਿਨ ਚੜ੍ਹ ਕੇ ਆਤਮਿਕ ਸੁੱਖ ਆਨੰਦ ਪ੍ਰਾਪਤ ਹੋ ਜਾਂਦਾ ਹੈ। ਪਾਤਸ਼ਾਹ ਜੀ ਨੇ ਅੱਜ ਦੇ ਹੁਕਮ ਦੇ ਵਿੱਚ ਦਾਸਾ ਨਾਮੀ ਭੱਟ ਨੂੰ ਮਹਾਰਾਜ ਜੀ ਨੇ ਇਹ ਗਿਆਨ ਉਪਦੇਸ਼ ਦਿੱਤਾ ਕਿ ਭਾਈ, ਪਤਾ ਨਹੀਂ ਸਾਡੇ ਇੱਥੇ ਕਿੰਨੇ ਕੁ ਜਨਮ ਹੋਏ, ਕਿੰਨੇ ਕੁ ਜਨਮਾਂ ਦੇ ਵਿੱਚ ਕਿੰਨੇ ਕੁ ਅਸੀਂ ਮਾਂ-ਬਾਪ ਬਣੇ, ਕਿੰਨਿਆਂ ਦੇ ਅਸੀਂ ਪੁੱਤ ਧੀ ਬਣੇ ਤੇ ਕਿੰਨਿਆਂ ਦੇ ਅਸੀਂ ਬਾਪ ਬਣੇ। ਉਹਦਾ ਹੀ ਕਦੇ ਉਹ ਸਾਡਾ ਬਾਪੂ ਸੀ, ਕਦੇ ਅਸੀਂ ਉਹਦੇ ਬਾਪੂ ਸੀ। ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੀਵ ਫਿਰ ਕੀ ਕਰਦਾ ਹੈ, ਕੀ ਕਰਨਾ ਚਾਹੀਦਾ ਹੈ, ਕਿੰਨੀਆਂ ਕਜੂਨਾ ਹੰਢਾ ਕਰਕੇ ਅਸੀਂ ਇੱਥੇ ਆਇਆ, ਕੀ ਕੀ ਬਣੇ। ਮਹਾਰਾਜ ਜੀ ਨੇ ਉਹ ਦੱਸਣਾ ਕੀਤਾ ਹੈ। ਭਾਵ ਦਾਸੇ ਨਾਮੀ ਭੱਟ ਨੂੰ ਕਿਹਾ, ਆਪਾਂ ਨੂੰ ਉਪਦੇਸ਼ ਕਰਦੇ ਨੇ ਮਹਾਰਾਜ ਜੀ ਕਿ ਭਾਈ ਇਹ ਮਨੁੱਖਾ ਦੇਹ ਹੀ ਮਿਲੀ ਹੈ, ਮਨੁੱਖਾ ਦੇਹ ਹੀ ਮਿਲੀ ਉਹ ਸਿਮਰਨ ਕਰਨ ਵਾਸਤੇ ਹੈ। ਇਸ ਦੇ ਨਾਲ ਸਿਮਰਨ ਕਰਨਾ ਕਰੀਏ, ਜਿੰਨਾ ਸਮਾਂ ਸਾਨੂੰ ਮਿਲਦਾ ਵੱਧ ਤੋਂ ਵੱਧ ਸਿਮਰਨ ਦੇ ਵਿੱਚ ਗੁਜ਼ਾਰਨਾ ਕਰੀਏ ਜੀ। ਸੋ ਆਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਜੋਦੜੀਆਂ ਕਰੀਏ। ਆਪਣਾ ਜਿਹੜਾ ਸਮਾਂ ਸ਼ਬਦ ਸੰਪੂਰਨ ਹੋਇਆ, ਸਮਾਂ ਵੀ ਸੰਪੂਰਨ ਹੋ ਗਿਆ ਹੈ। ਪਾਤਸ਼ਾਹ ਜੀ ਕਿਰਪਾ ਕਰਨ, ਇਸ ਪੜ੍ਹੀ ਗੁਰਬਾਣੀ, ਕਥੀ ਗੁਰਬਾਣੀ ਨੂੰ ਆਪਣੇ ਦਰ ਦੇ ਉੱਪਰ ਪ੍ਰਵਾਨ ਕਰ ਲੈਣ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣ, ਆਪ ਸੰਗਤਾਂ ਤੇ ਗੁਰੂ ਸਾਹਿਬਾਨ ਬਖਸ਼ਣ ਯੋਗ ਹੋ। ਆਓ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ 1 ਮਿੰਟ ਵਾਸਤੇ ਸਿਮਰਨ ਦੀ ਹਾਜ਼ਰੀ ਲਵਾਈਏ। ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।